ਪਿਆਰੇ ਦਰਸ਼ਕੋ, ਤੁਹਾਡਾ ਪੰਜਾਬਨਾਮਾ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਹੈ। ਨਿੱਘਾ ਸਵਾਗਤ ਇਸ ਲਈ ਕਿਉਂਕਿ ਬਾਹਰ ਥੋੜ੍ਹੀਆਂ ਕਣੀਆਂ ਵੀ ਪੈ ਰਹੀਆਂ ਤੇ ਠੰਡ ਦਾ ਦੌਰ ਜਾਰੀ ਹੈ। ਤੇ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਉੱਘੇ ਚਿੰਤਕ ਪ੍ਰੋਫੈਸਰ ਮੁਹੰਮਦ ਖਾਲਿਦ ਨੇ। ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਤੇ ਵਾਅਦਿਆਂ ਦੀਆਂ ਝੜੀਆਂ ਲੱਗ ਗਈਆਂ ਨੇ। ਮਤਲਬ ਇਹ ਕੁਝ ਧਿਰਾਂ ਤੇ ਇਹ ਕਹਿਣ ਲੱਗ ਗਈਆਂ ਵੀ ਚੰਨ ਤੋਂ ਤਾਰੇ ਵੀ ਤੋੜ ਕੇ ਲਿਆ ਦਿਆਂਗੇ। ਕੇਜਰੀਵਾਲ ਨੇ ਕਿਹਾ ਸੀ ਵੀ ਅਸੀਂ 1000 ਰੁਪਈਆ ਪਰ ਵੂਮਨ ਦੇਵਾਂਗੇ, ਪਰ ਔਰਤ ਨੂੰ ਦੇਵਾਂਗੇ। ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਵੀ ਨਹੀਂ, ਇੱਕ ਨਾਲ ਨਹੀਂ ਗੱਲ ਬਣਦੀ, ਅਸੀਂ 2000 ਦੇਵਾਂਗੇ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੈਦਾਨ 'ਚ ਕੱਲ੍ਹ ਨਿਤਰੇ। ਉਹਨਾਂ ਕਿਹਾ ਵੀ ਨਹੀਂ, ਅਸੀਂ ਪਹਿਲਾਂ ਉਹਨਾਂ ਨੇ ਨਿਖੇਧੀ ਕੀਤੀ ਵੀ ਪੈਸੇ ਕਿੱਥੋਂ ਲਿਆਉਣਗੇ। ਕੱਲ੍ਹ ਉਹਨਾਂ ਕਿਹਾ ਵੀ ਅਸੀਂ 2000 ਪਰ ਵੂਮਨ ਦੇਵਾਂਗੇ। ਫਿਰ ਉਹਨਾਂ ਕਿਹਾ 5ਵੀਂ ਪਾਸ ਕਰਨ ਵਾਲੀ ਕੁੜੀ ਨੂੰ 5000, 10ਵੀਂ ਕਰਨ ਵਾਲੀ ਨੂੰ 10000, ਉਹ ਤੋਂ ਉੱਪਰ 20000, ਅਤੇ ਕੁੜੀਆਂ ਨੂੰ ਪੜ੍ਹਨ ਲਈ ਅਸੀਂ ਸਕੂਟੀ ਵੀ ਦਿਆਂਗੇ। ਇਸ ਤਰੀਕੇ ਦੇ ਵਾਅਦੇ ਅਤੇ ਲਾਰੇ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਗਰਮ ਹੈ, ਇਸ ਤਰੀਕੇ ਦਾ ਬਣ ਰਿਹਾ। ਕੀ ਪੰਜਾਬ ਦੀ ਆਰਥਿਕਤਾ ਜਿਹੜੀ ਆ ਉਹ ਇਸ ਗੱਲ ਨੂੰ ਅਲਾਓ ਕਰਦੀ ਹੈ ਕਿ ਜਿਹੜੇ ਸਟੇਟ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਾ, ਜਦੋਂ ਚੋਣਾਂ ਦੇ ਨਤੀਜੇ ਆਉਣੇ ਆ ਉਦੋਂ ਇਹ ਕਰਜ਼ਾ ਵੱਧ ਕੇ 3,21 ਕਰੋੜ ਦਾ ਹੋ ਜਾਣਾ। ਇਹ ਮਤਲਬ ਕਰਜ਼ਾ ਲਗਾਤਾਰ ਵੱਧਦਾ ਜਾਣਾ ਹੈ। ਅਤੇ ਇਸ ਸਥਿਤੀ ਦੇ ਵਿੱਚ ਇਸ ਕਿਸਮ ਦੇ ਵਾਅਦੇ ਜਿਹੜੇ ਆ ਇਹ ਹਕੀਕਤਾਂ ਨਾਲ ਮੇਲ ਖਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਆਇਆ ਰਾਮ ਗਿਆ ਰਾਮ ਦਾ ਵੀ ਚਰਚਾ ਹੈਗਾ। ਇੱਕ ਵਿਧਾਇਕ ਕਾਂਗਰਸ ਦੇ ਜਿਹੜੇ ਹਫ਼ਤਾ ਕੁ ਪਹਿਲਾਂ ਦਿੱਲੀ ਭਗਵੇਂ ਦੇ ਆਏ ਸੀ ਆਪਣੇ ਉੱਪਰ, ਕੱਲ੍ਹ ਉਹਨਾਂ ਨੇ ਲਾਤਾ ਉਹ ਝੰਡਾ ਤੇ ਫੇਰ ਕਾਂਗਰਸ ਦਾ ਪਾ ਲਿਆ। ਮਤਲਬ ਇਸ ਤਰੀਕੇ ਦੇ ਉਤਰਾ ਚੜ੍ਹਾਅ। ਕੱਲ੍ਹ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਇਹ ਫਿਰੋਜ਼ਪੁਰ 'ਚ ਆਉਣਾ ਹੈ, ਉੱਥੇ ਵੀ ਕਿਹਾ ਜਾਂਦਾ ਵੀ ਕੁਝ ਲੋਕ ਉਦੋਂ ਸ਼ਾਮਲ ਹੋ ਸਕਦੇ ਆ। ਮਤਲਬ ਇਸ ਤਰੀਕੇ ਦੀ ਹਲਚਲ ਚੱਲ ਰਹੀ। ਅਤੇ ਨਾਲ ਕਿਹਾ ਜਾਂਦਾ ਵੀ ਉਹਨਾਂ ਨੇ 42,000 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣੇ ਆ। ਸੋ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ। ਕੱਲ੍ਹ ਕੀ ਹੋਏਗਾ ਉਹਦੇ ਬਾਰੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਵਾਅਦਿਆਂ ਬਾਰੇ ਪ੍ਰੈਸ ਸਾਹਿਬ ਇਹ ਦੱਸੋ ਵੀ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ, ਲਾਰੇ ਲਾਏ ਜਾ ਰਹੇ ਆ, ਇਹਨਾਂ ਦੇ ਤੁਸੀਂ ਕੀ ਦੇਖਦੇ ਹੋ? ਜੰਮੂ ਸਾਹਿਬ, ਵਾਅਦਿਆਂ ਦੀ ਝੜੀ ਤਾਂ ਆਪਾਂ ਸਾਰੇ ਜਾਣਦੇ ਹਾਂ। ਹਾਂਜੀ। ਔਰ ਇਹ ਵੀ ਜਾਣਦੇ ਹਾਂ ਕਿ ਹਰ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਹੈ ਦੂਸਰੇ ਤੋਂ ਵੱਧ ਕੇ ਫ੍ਰੀ ਬੀਜ਼ ਦੀ ਜਾਂ ਵਾਅਦਿਆਂ ਦੀ ਝੜੀ ਲਾ ਰਹੀ ਹੈ। ਹਾਂਜੀ। ਔਰ ਇਹਦੇ ਉੱਪਰ ਬਹੁਤ ਜ਼ਿਆਦਾ ਪੈਰੋਡੀਜ਼ ਵੀ ਬਣ ਚੁੱਕੀਆਂ ਹੈ ਵਾਅਦਿਆਂ ਦੇ ਉੱਪਰ ਕਿ ਕੋਈ ਕਹਿੰਦਾ ਜੀ ਅਸੀਂ ਵਾਅਦਾ ਕਰਦੇ ਹਾਂ ਤੁਹਾਨੂੰ ਇੱਕ ਕਾਰ ਦਿਆਂਗੇ, ਕੋਈ ਕੁਝ, ਮਤਲਬ ਪੈਰੋਡੀਜ਼ ਦੇ ਤੌਰ ਤੇ, ਇੱਕ ਮਜ਼ਾਕ ਦੇ ਤੌਰ ਤੇ। ਇਹ ਇੱਕ ਬਹੁਤ ਵੱਡਾ ਮਜ਼ਾਕ ਦਾ ਵਿਸ਼ਾ ਵੀ ਹੈ ਔਰ ਇੱਕ ਵੱਡਾ ਚਿੰਤਨ ਦਾ ਵਿਸ਼ਾ ਵੀ ਹੈ। ਹਾਂਜੀ। ਚਿੰਤਨ ਦਾ ਵਿਸ਼ਾ ਇਸ ਕਰਕੇ ਹੈਗਾ ਕਿ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਆਪਣੇ ਵੋਟਰ ਨੂੰ ਜਾਂ ਲੋਕਾਂ ਨੂੰ ਸਮਝਦੀਆਂ ਕਿ ਕੇਵਲ ਇੱਕ ਬਕਾਊ ਕਿਸਮ ਦੀ ਚੀਜ਼ ਹੈਗੀ ਹੈ ਜਿਨ੍ਹਾਂ ਨੂੰ ਇਲੈਕਸ਼ਨ ਦੇ ਵੇਲੇ ਇਸ ਤਰੀਕੇ ਦੇ ਨਾਲ ਖਰੀਦਿਆ ਜਾ ਸਕਦਾ ਹੈ, ਪਰਮਾਇਆ ਜਾ ਸਕਦਾ। ਔਰ ਇਹ ਚੀਜ਼ ਜਿਹੜੀ ਹੈਗੀ ਹੈ ਮੇਰਾ ਖਿਆਲ ਹੈ ਕਿ ਪੋਲਿਟਿਕਸ ਦੇ ਵਿੱਚ ਠੀਕ ਨਹੀਂ ਹੈ। ਆਪਾਂ ਸਭ ਨੂੰ ਪਤਾ ਹੈ। ਦੇਖੋ, ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਮੈਂ ਦੱਸਦਾ ਤੁਹਾਨੂੰ। ਵਾਅਦੇ ਤਾਂ ਪਹਿਲਾਂ ਵੀ ਲੱਗਦੇ ਸੀਗੇ, ਲੇਕਿਨ ਵਾਅਦੇ ਬਹੁਤ ਸਾਰੇ ਪੂਰੇ ਹੁੰਦੇ ਥੇ, ਬਹੁਤ ਸਾਰੇ ਨਹੀਂ ਪੂਰੇ ਹੁੰਦੇ ਥੇ। ਇਹ ਜਿਸ ਵੇਲੇ 2014 ਦਾ ਇਲੈਕਸ਼ਨ ਆਇਆ, ਜਿਹਦੇ ਵਿੱਚ ਕਿਹਾ ਕਿ ਅਸੀਂ 15 ਲੱਖ ਰੁਪਈਆ ਦਿਆਂਗੇ ਹਰ ਬੰਦੇ ਦੇ, ਉਹਦੇ ਵਿੱਚ ਅਕਾਊਂਟ ਦੇ ਵਿੱਚ ਆ ਜਾਏਗਾ, ਇੰਨੀਆਂ ਨੌਕਰੀਆਂ, ਉਹ ਸਾਰਾ ਕੁਝ ਹੋਏਗਾ, ਤਾਂ ਉਹਦੇ ਵਿੱਚ ਇਲੈਕਸ਼ਨ ਦੇ ਵਿੱਚ ਇੱਕ ਹੁੰਗਾਰਾ ਮਿਲਿਆ ਲੋਕਾਂ ਤੋਂ ਔਰ ਜਿਨ੍ਹਾਂ ਨੇ ਉਹ ਫੋਕੇ ਵਾਅਦੇ ਕੀਤੇ ਸੀਗੇ ਉਹ ਜਿੱਤ ਗਏ। ਹਾਂਜੀ। ਤਾਂ ਉਸ ਤੋਂ ਬਾਅਦ ਜਿਸ ਵੇਲੇ ਸਟੇਟ ਦੀਆਂ ਇਲੈਕਸ਼ਨਾਂ ਆਈਆਂ ਤਾਂ ਸਟੇਟ ਦੇ ਲੀਡਰਾਂ ਨੇ ਵੀ ਉਹੀ ਫਾਰਮੂਲੇ ਅਪਣਾਉਣੇ ਸ਼ੁਰੂ ਕਰਤੇ ਔਰ ਹੁਣ ਇਸ ਵੇਲੇ ਐਕਸਟ੍ਰੀਮ ਤੇ ਪਹੁੰਚ ਚੁੱਕੀਆਂ ਸਾਰੀਆਂ ਚੀਜ਼ਾਂ ਕਿ ਲੋਕ ਜਿਹੜੇ, ਹਰ ਇੱਕ ਬੰਦਾ ਉੱਠਦਾ ਹੈ ਕੁਛ ਨਾ ਕੁਛ ਵਾਅਦਾ ਕਰਕੇ ਤੁਰਦਾ ਲੱਗਦਾ ਔਰ ਉਸ ਤੋਂ ਬਾਅਦ ਘਰ ਜਾ ਕੇ ਹੱਸਦਾ ਹੋਊਗਾ ਵੀ ਮੈਂ ਬੇਵਕੂਫ ਬਣਾ ਕੇ ਆਇਆ ਲੋਕਾਂ ਨੂੰ। ਠੀਕ। ਸਵਾਲ ਸਭ ਤੋਂ ਵੱਡਾ ਇਹ ਹੈਗਾ ਕਿ ਕਿਆ ਰਾਜਨੀਤੀ ਇੰਨੀ ਸੌੜੀ ਕਿਸਮ ਦੀ ਹੋ ਚੁੱਕੀ ਹੈ, ਇੰਨਾ ਨਿੱਘਰ ਚੁੱਕੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਪੋਲੀਟੀਕਲ ਨੈਰੇਟਿਵ ਕ੍ਰੀਏਟ ਕਰੋਗੇ ਇਲੈਕਸ਼ਨਾਂ ਦੇ ਵਿੱਚ, ਜਾਂ ਤੁਸੀਂ ਕਿਸੇ ਵਿਚਾਰਧਾਰਾ, ਕਿਸੇ ਆਈਡੀਓਲੋਜੀ, ਕਿਸੇ ਪਾਲਿਸੀ ਪ੍ਰੋਗਰਾਮ ਉਹਦੇ ਉੱਪਰ ਕਰੋਗੇ। ਇਹ ਜਨਤਾ ਨੂੰ ਸੋਚਣ ਦੀ ਲੋੜ ਹੈ ਔਰ ਜਨਤਾ ਨੂੰ ਚਾਹੀਦਾ ਹੈ ਕਿ ਇਹ ਚੀਜ਼ ਜਿਹੜੀ ਹੈਗੀ ਆ ਉਹਨਾਂ ਤੋਂ ਪੁੱਛਣ ਕਿ ਜਿਹੜੇ ਤੁਸੀਂ ਵਾਅਦੇ ਕਰ ਰਹੇ ਹੋ ਉਹਨੂੰ ਪੂਰਾ ਤੁਸੀਂ ਕਰਨ ਦਾ ਰੋਡ ਮੈਪ ਕੀ ਹੈ। ਕਿਆ ਤੁਹਾਡੇ ਕੋਲ ਪੈਸੇ ਹੈ, ਕਿਆ ਤੁਹਾਡੇ ਕੋਲ ਰਿਸੋਰਸਿਸ ਹੈ, ਕਿਆ ਤੁਹਾਡੀ ਰੈਵਨਿਊ ਇੰਨਾ ਹੈ, ਕਿਆ ਤੁਹਾਡੇ ਪਰ ਕਰਜ਼ਾ ਖਤਮ ਹੋ ਗਿਆ,
ਕਿਆ ਤੁਹਾਡੀ ਸੈਂਟਰ ਗਵਰਨਮੈਂਟ ਦੇ ਉੱਪਰ ਜਿਹੜੀ ਡਿਪੈਂਡੈਂਸ ਸੀ ਫਾਈਨੈਂਸ਼ੀਅਲ ਉਹ ਖਤਮ ਹੋ ਗਈ, ਤੁਹਾਡੇ ਕੋਲ ਇੰਨਾ ਪੈਸਾ ਇਕੱਠਾ ਆ ਗਿਆ ਕਿ ਤੁਸੀਂ ਵਾਅਦੇ ਪੂਰੇ ਕਰ ਸਕਦੇ ਹੋ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਿਬ ਇਹ ਇੱਕ ਪੱਖ ਤਾਂ ਇਹ ਹੈਗਾ, ਦੂਜਾ ਇਹਦੇ ਨਾਲ ਹੀ ਧਰੂਵੀਕਰਨ ਦੀ ਰਾਜਨੀਤੀ ਵੀ ਚੱਲ ਰਹੀ ਹੈ। ਨਹੀਂ, ਧਰੂਵੀਕਰਨ ਦੀ ਰਾਜਨੀਤੀ ਹੋਰ ਹੈ। ਧਰੂਵੀਕਰਨ ਦੀ ਰਾਜਨੀਤੀ ਜਿਹੜੀ ਹੈਗੀ ਆ ਉਹ ਫਾਈਨੈਂਸ਼ੀਅਲ ਫ੍ਰੀ ਬੀਜ਼ ਤੋਂ ਪਰੇ ਹੋ ਕੇ ਹੈ। ਹਾਂਜੀ, ਧਰੂਵੀਕਰਨ ਦੀ ਰਾਜਨੀਤੀ ਜਿਹੜੀ ਹੈਗੀ ਹੈ ਉਹ ਇਸ ਕਰਕੇ ਕੀਤੀ ਜਾਂਦੀ ਹੈ ਜਿਵੇਂ ਕਿ ਇਹ ਫਾਰਮੂਲਾ ਜਿਹੜਾ ਹੈਗਾ ਨੈਸ਼ਨਲ ਲੈਵਲ ਤੇ ਕਾਫੀ ਕਾਮਯਾਬ ਹੋਇਆ ਹੈ ਕਿ ਤੁਸੀਂ ਹਿੰਦੂ ਮੁਸਲਿਮ ਧਰੂਵੀਕਰਨ ਕਰ ਦਿਓ, ਕਿਤੇ ਜਾਤੀ ਦਾ ਧਰੂਵੀਕਰਨ ਕਰ ਦਿਓ, ਉਸ ਤੋਂ ਬਾਅਦ ਤੁਸੀਂ ਜਿਹੜਾ ਮੈਜੋਰਿਟੀ ਵੋਟ ਹੈ ਉਹਨੂੰ ਲੈ ਕੇ ਸੱਤਾ ਦੇ ਵਿੱਚ ਆ ਜਾਓ ਤੇ ਸੱਤਾ ਵਿੱਚ ਬਣੇ ਰਹੋ। ਇੱਥੇ ਵੀ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਹੋਇਆ, ਉੱਥੇ ਵੀ ਧਰੂਵੀਕਰਨ ਬੜਾ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਬੜਾ ਆਸਾਨੀ ਨਾਲ। ਹਾਂਜੀ, ਹੁਣ ਯੂਪੀ ਦੇ ਵਿੱਚ ਤੁਸੀਂ ਦੇਖੋ ਪ੍ਰਾਈਮ ਮਿਨਿਸਟਰ ਯੂਪੀ ਦੇ ਵਿੱਚ ਜਾ ਰਿਹਾ ਹੈ ਇਲੈਕਸ਼ਨਾਂ ਦੇ ਦੌਰਿਆਂ ਤੇ, ਉੱਥੇ ਜੀ ਕੋਈ ਕਹਿੰਦੇ ਜੀ ਅਸੀਂ ਸਿਰਫ ਜਿਹੜੇ ਹੈਗੇ ਆ ਗੰਗਾ ਨੂੰ ਉਹ ਕਰਾਂਗੇ, ਕੋਈ ਕਹਿੰਦਾ ਜੀ ਉਹ ਕਾਸ਼ੀ ਨੂੰ, ਕੋਈ ਮਥੁਰਾ ਦੀ ਗੱਲ ਕਰ ਰਿਹਾ, ਕੋਈ ਜਿਹੜਾ ਹੈਗਾ ਉਹ ਗੱਲ ਕਰ ਰਿਹਾ ਹੈ ਸ਼ਮਸ਼ਾਨ ਘਾਟਾਂ ਦੀ ਤੇ ਉਹਨਾਂ ਦੀ ਕਬਰਸਤਾਨਾਂ ਦੀ। ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਧਰੂਵੀਕਰਨ, ਔਰ ਇਹ ਦੱਸਿਆ ਜਾ ਰਿਹਾ ਹੈ ਕਿ ਤੂੰ ਅਸਲੀ ਰਾਸ਼ਟਰਵਾਦੀ ਤਾਂ ਹੀ ਹੋ ਸਕਦੇ ਹੋ ਜੇ ਤੁਸੀਂ ਸਾਡੇ ਨਾਲ ਜਾਂ ਸਾਡੀ ਵਿਚਾਰਧਾਰਾ ਦੇ ਨਾਲ ਰਲ ਕੇ ਚੱਲੋਗੇ, ਬਾਕੀ ਸਭ ਦੇਸ਼ ਧਰੋਹੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤੁਸੀਂ ਲਓ। ਹਾਂਜੀ, ਪੰਜਾਬ ਦੇ ਵਿੱਚ ਨਵਾਂ ਦੌਰ ਧਰੂਵੀਕਰਨ ਦਾ ਆਇਆ ਹੈ। ਕਿਸਾਨ ਅੰਦੋਲਨ ਦਾ ਇੰਡੀਪੈਂਡੈਂਟਲੀ ਸੈਂਟਰ ਗਵਰਨਮੈਂਟ ਦੇ ਖਿਲਾਫ ਲੜਨਾ ਔਰ ਉਹਨੂੰ ਪਛਾੜਨਾ, ਉਸ ਤੋਂ ਬਾਅਦ ਆਪ ਖੁਦ ਇਲੈਕਸ਼ਨ ਦੇ ਵਿੱਚ ਕੁੱਦ ਪੈਣਾ, ਔਰ ਇਲੈਕਸ਼ਨ ਦੇ ਵਿੱਚ ਕੁੱਦਣ ਤੋਂ ਬਾਅਦ ਜਿਹੜੀ ਪੋਲੀਟੀਕਲ ਪਾਰਟੀ ਦੇ ਨਾਲ ਅਲਾਇੰਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਅਲਾਇੰਸ ਦੇ ਨਾਲ ਇੱਕ ਨਵਾਂ ਧਰੂਵੀਕਰਨ ਖੜਾ ਹੋਣਾ। ਫਿਰ ਤੁਸੀਂ ਇਹ ਕਹਿਣਾ ਕਿ ਕਿਉਂਕਿ ਸੈਂਟਰ ਗਵਰਨਮੈਂਟ ਦੇ ਵਿੱਚ ਸਰਕਾਰ ਹੈਗੀ ਹੈ ਇਹਨਾਂ ਦੀ ਔਰ ਪੰਜਾਬ ਦੇ ਵਿੱਚ ਵੀ ਅਸੀਂ ਉਹੀ ਬਣਾਵਾਂਗੇ ਉਹਨੀ ਉਸੇ ਪੈਟਰਨ ਦੇ ਉੱਪਰ। ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਹਰ ਪੋਲੀਟੀਕਲ ਪਾਰਟੀ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਇਲੈਕਟੋਰੇਟ ਆ ਉਹਨੂੰ ਪ੍ਰਲੋਭਨ ਦੇਣ ਦੀ, ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿਸੇ ਦੇ ਮਗਰ ਈਡੀ ਲਾਤੀ, ਕਿਸੇ ਦੇ ਮਗਰ ਇਨਕਮ ਟੈਕਸ ਦਾ ਛਾਪਾ ਪਾਤਾ, ਇਹ ਸਾਰੀਆਂ ਚੀਜ਼ਾਂ ਵੀ ਚੱਲ ਰਹੀਆਂ। ਲੇਕਿਨ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਕੱਲ ਜਿਹੜੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਇੱਕ ਚਿੱਠੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਸੀ ਵੀ ਪਿਛਲੇ ਦਿਨੀ ਤੁਸੀਂ ਜਿਹੜਾ ਬੇਅਦਬੀ ਦੇ ਇਕੱਠ ਦੇ ਵਿੱਚ ਅਕਾਲੀ ਦਲ ਦੀ ਹਮਾਇਤ ਕੀਤੀ ਹੈ, ਇਹ ਗਲਤ ਹੈ। ਇਹ ਤੁਹਾਡੀ ਨਿਊਟਰੈਲਿਟੀ ਜਿਹੜੀ ਨਿਰਪੱਖਤਾ ਉਹਦੇ ਉੱਪਰ ਸ਼ੰਕੇ ਖੜੇ ਕਰਦਾ ਤੇ ਤੁਹਾਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਤੁਹਾਨੂੰ ਤਾਂ ਸਗੋਂ ਬਾਦਲਾਂ ਦੇ ਸਮੇਂ ਸਾਰਾ ਕੁਝ ਹੋਇਆ, ਉਹਨਾਂ ਪਿਓ ਪੁੱਤ ਨੂੰ ਸਿੱਖ ਪੰਥ 'ਚੋਂ ਖਾਰਜ ਕਰਨਾ ਚਾਹੀਦਾ। ਤੇ ਅੱਜ ਉਹਨਾਂ ਦੀ ਗੱਲ ਦੇ ਉੱਪਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ ਵੀ ਇਹ ਜਿਹੜਾ ਆਪਣੇ ਰੰਧਾਵਾ, ਉਹਨਾਂ ਨੂੰ ਸਿੱਖਾਂ ਦੇ ਇਹੋ ਜਿਹੇ ਮਾਮਲਿਆਂ 'ਚ ਦਖਲ ਦੇਣ ਦਾ ਅਧਿਕਾਰ ਨਹੀਂ। ਤੁਸੀਂ ਇਹਨੂੰ ਕਿਸ ਲਾਈਟ 'ਚ ਦੇਖਦੇ ਹੋ? ਦੇਖੋ, ਮੈਨੇ ਉਹ ਸਾਰੀ ਸਪੀਚ ਸੁਣੀ ਸੀਗੀ। ਹਾਂਜੀ, ਜਿਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਇੱਕ ਬੰਦੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਔਰ ਅਗਰ ਉਹ ਹੋ ਜਾਂਦੀ ਤਾਂ ਉਹਦਾ ਸਿੱਧਾ ਜਿਹੜਾ ਹੈਗਾ ਇਲਜ਼ਾਮ SGPC ਤੇ ਲੱਗਣਾ ਥਾ ਔਰ SGPC ਤੋਂ ਬਾਅਦ ਅਕਾਲੀ ਦਲ ਤੇ ਲੱਗਣਾ ਥਾ, ਕਿਉਂਕਿ ਅਕਾਲੀ ਦਲ SGPC ਨੂੰ ਰੂਲ ਕਰ ਰਹੀ ਹੈ। ਇਹ ਵਰਡ ਇਸਤੇਮਾਲ ਹੋਇਆ। ਤਾਂ ਹੁਣ ਸਵਾਲ ਜਿਹੜਾ ਹੈਗਾ ਉਹ ਇਹ ਹੈ ਕਿ SGPC ਇੱਕ ਅਲੱਗ ਚੀਜ਼ ਹੈ, ਅਕਾਲੀ ਦਲ ਇੱਕ ਅਲੱਗ ਚੀਜ਼ ਹੈ। ਕਿਆ ਦੋਨੇ ਇੱਕ ਦੂਸਰੇ 'ਚ ਮਰਜ ਹੋ ਚੁੱਕੇ ਹਨ? ਜਿਹੜਾ ਜਥੇਦਾਰ ਜਿਹੜਾ ਹੈਗਾ ਉਹ ਖੁਦ ਹੀ ਐਕਸੈਪਟ ਕਰ ਰਿਹਾ ਹੋਵੇ ਕਿ ਜੀ ਉੱਥੇ ਅਕਾਲੀ ਦਲ ਦਾ ਰੂਲ ਹੈ SGPC ਦੇ ਉੱਪਰ, ਇਹ ਚੀਜ਼ ਜਿਹੜੀ ਹੈਗੀ ਹੈ ਇਹ ਵਾਕਈ ਬੜੀ ਜਿਹਨੂੰ ਕਹਿੰਦਾ ਉਹਦੇ ਉੱਪਰ ਸ਼ਾਰਪ ਰਿਐਕਸ਼ਨ ਹੋਣਾ ਲਾਜ਼ਮੀ ਥਾ, ਕਿਉਂਕਿ SGPC ਜਿਹੜੀ ਹੈਗੀ ਆ ਉਹ ਹਰ ਸਿੱਖ ਨੂੰ ਰਿਪਰੈਜ਼ੈਂਟ ਕਰਦੀ ਹੈ। ਉਹ ਕੇਵਲ ਅਕਾਲੀ ਦਲ ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਨੂੰ ਰਿਪਰੈਜ਼ੈਂਟ ਨਹੀਂ ਕਰਦੀ। ਉਹਦੇ ਵਿੱਚ ਤੁਸੀਂ ਸ਼ਰੇਆਮ ਇਹ ਗੱਲ ਕਹਿਣੀ ਕਿ ਉੱਥੇ ਅਕਾਲੀ ਦਲ ਜਿਹੜਾ ਹੈਗਾ ਉਹ ਰੂਲ ਕਰ ਰਿਹਾ ਹੈ, ਤਾਂ ਤੁਸੀਂ ਐਕਸੈਪਟ ਕਰ ਰਹੇ ਹੋ ਕਿ ਅਕਾਲੀ ਦਲ ਜਿਹੜਾ ਹੈਗਾ ਉਹ ਹਰ ਤਰ੍ਹਾਂ ਦੀ ਰਾਜਨੀਤੀ ਉੱਥੇ ਕਰ ਰਿਹਾ। ਔਰ ਉਹਦਾ ਪ੍ਰਭਾਵ ਇਹ ਪਿਆ ਜਿਸ ਵੇਲੇ ਉਹਦੇ ਰਿਐਕਸ਼ਨ ਦੇ ਵਿੱਚ ਇਹ ਗੱਲ ਆਈ ਕਿ ਜੀ ਇਹ ਗੱਲ ਕਹਿਣੀ ਨਹੀਂ ਚਾਹੀਦੀ ਸੀਗੀ,
ਜਿਹੜੀ ਕਿ ਸਿਧਾਂਤਕ ਤੌਰ ਤੇ ਅਗਰ ਦੇਖਿਆ ਜਾਵੇ ਤੇ ਬਿਲਕੁਲ ਸਹੀ ਹੈ, ਔਰ ਕਿਸੇ ਵੀ ਵਿਅਕਤੀ ਨੂੰ ਇਸ ਦੇ ਉੱਪਰ ਕਮੈਂਟ ਕਰਨ ਦਾ ਪੂਰਾ ਅਧਿਕਾਰ ਹੈ, ਕਿਉਂਕਿ ਤੁਸੀਂ SGPC ਜਿਹੜੀ ਕਿ ਇੱਕ ਨਿਰਪੱਖ ਸੰਸਥਾ ਮੰਨੀ ਜਾਂਦੀ ਹੈ, ਉਹਨੂੰ ਹਾਂਜੀ ਤੁਸੀਂ ਇੱਕ ਪਾਰਟਿਕੂਲਰ ਪਾਰਟੀ ਦੇ ਨਾਲ ਅਟੈਚ ਕਰਕੇ, ਔਰ ਉਹ ਵੀ ਉਹਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਹੋਵੇ, ਤਾਂ ਨੈਚੁਰਲੀ ਉਹਦਾ ਜਿਹੜਾ ਹੈਗਾ ਰਿਐਕਸ਼ਨ ਕਿਸੇ ਨੇ ਓਪਨਲੀ ਕਰਤਾ, ਕਈ ਲੋਕਾਂ ਨੇ ਦਬੀ ਜ਼ਬਾਨ ਨਾਲ ਇਹ ਗੱਲ ਕਰਤਾ, ਲੇਕਿਨ ਇਹ ਰਿਐਕਸ਼ਨ ਹੋਇਆ। ਤੇ ਇਹਦੇ ਆਊਟਕਮ ਕੀ ਹੋਏਗੀ? ਕਿਉਂਕਿ ਜਿਹੜਾ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਧਾਮੀ ਉਹਨਾਂ ਨੇ ਰੰਧਾਵਾ ਬਾਰੇ ਕਿਹਾ ਵੀ ਇਹਨਾਂ ਨੇ 84 ਦੇ ਉੱਪਰ ਹਮਲੇ ਦੀ ਕੋਈ ਗੱਲ ਨਹੀਂ ਕੀਤੀ, ਜਦੋਂ ਕੇਂਦਰ ਸਰਕਾਰ ਨੇ ਕੀਤਾ ਸੀ। ਇਹਨਾਂ ਨੂੰ ਕੋਈ ਅਧਿਕਾਰ ਨਹੀਂ। ਦੇਖੋ 84 ਦੇ ਹਮਲੇ ਦੀ ਗੱਲ ਤਕਰੀਬਨ ਹਰ ਪੋਲੀਟੀਕਲ ਪਾਰਟੀ, ਹਰ ਲੀਡਰ ਪੰਜਾਬ ਦਾ, ਈਵਨ ਪੰਜਾਬ ਤੋਂ ਬਾਹਰ ਵੀ ਕਰਦਾ ਰਿਹਾ। ਯਾਨੀ ਹੁਣ ਤੁਸੀਂ ਇਹ ਦੇਖੋ ਵੀ 84 ਦੇ ਹਮਲਿਆਂ ਨੂੰ ਇੰਨਾ ਚਿਰ ਹੋ ਗਿਆ, ਔਰ ਕਈ ਪੋਲੀਟੀਕਲ ਪਾਰਟੀ ਨੇ ਔਰ ਕਈ ਲੀਡਰਾਂ ਨੇ, ਇਨਕਲੂਡਿੰਗ ਮਨਮੋਹਨ ਸਿੰਘ ਐਂਡ ਅਦਰਸ, ਉਹਨਾਂ ਨੇ ਇਹਦੇ ਬਾਰੇ ਜੋ ਆਪਣਾ ਕਿਸੇ ਨੇ ਮਹਿਸੂਸ ਕੀਤਾ ਕਿ ਹਾਂਜੀ ਉਹ ਗਲਤ ਹੋਇਆ ਸੀਗਾ, ਕਿਸੇ ਨੇ ਮਾਫੀ ਮੰਗੀ, ਕਿਸੇ ਨੇ ਕੁਝ ਕੀਤਾ, ਉਹ ਬੜਾ ਕੁਝ ਹੋ ਗਿਆ, ਲੇਕਿਨ ਉਹਦਾ ਪੋਲੀਟੀਕਲ ਇਸਤੇਮਾਲ ਜਿਹੜਾ ਹੈਗਾ ਉਹ ਚੱਲਦਾ ਰਹੇਗਾ। ਦੇਖੋ ਦੋ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਕਿ ਕਈ ਐਸੀਆਂ ਘਟਨਾਵਾਂ ਹੁੰਦੀਆਂ ਇਤਿਹਾਸ ਦੇ ਵਿੱਚ ਜਿਨ੍ਹਾਂ ਨੂੰ ਭੁਲਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ, ਜਿਵੇਂ ਕਿ 2002 ਦੇ ਜਿਹੜੇ ਗੁਜਰਾਤ ਰਾਇਟ ਸੀਗੇ, ਇਸੇ ਤਰੀਕੇ ਦੇ ਨਾਲ 1984 ਦੇ ਵਿੱਚ ਸਿੱਖ ਵਿਰੋਧੀ ਦੰਗੇ ਸੀਗੇ, ਉਹਨਾਂ ਨੂੰ ਭੁਲਾਉਣਾ ਤਾਂ ਬਹੁਤ ਔਖਾ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਦੋਨੇ ਇਹ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਦੇਸ਼ ਦੀਆਂ ਮਾਈਨੋਰਟੀਜ਼ ਦੇ ਅਗੇਂਸਟ ਸੀਗੀਆਂ, ਇਹ ਵੀ ਇੱਕ ਬਿਲਕੁਲ ਕਲੀਅਰ ਗੱਲ ਹੈਗੀ ਹੈ। ਲੇਕਿਨ ਇੰਨਾ ਜ਼ਰੂਰ ਹੈ ਕਿ ਜਿਹੜੀ SGPC ਜਾਂ ਸ਼੍ਰੋਮਣੀ ਅਕਾਲੀ ਦਲ, ਉਹ ਇਸ ਦੇ ਬਾਰੇ ਹਮੇਸ਼ਾ ਇਹਨੂੰ ਚੱਕਦਾ ਰਹੂਗਾ ਔਰ ਇਹਦਾ ਇਸਤੇਮਾਲ ਜਿਹੜਾ ਹੈਗਾ ਕਰਦਾ ਰਹੂਗਾ। ਕੱਲ ਮੈਂ ਸੁਣਿਆ ਸੀਗਾ ਉਸੇ ਸਭਾ ਦੇ ਵਿੱਚ 1984 ਦੇ ਦੰਗਿਆਂ ਦੀ ਗੱਲ ਹੋਈ, ਔਰ ਇਹ ਨਹੀਂ ਹੈ ਵੀ ਲੋਕਾਂ ਨੇ ਇਹਨੂੰ ਚੱਕਿਆ ਨਹੀਂ ਹੈ, ਬਹੁਤ ਲੋਕਾਂ ਨੇ ਚੱਕਿਆ ਇਸ ਇਸ਼ੂ ਨੂੰ, ਔਰ ਪਿਛਲੇ ਇੰਨੇ ਸਾਲਾਂ ਤੋਂ ਜਿਹੜੇ ਹੈਗੇ ਆ ਇਹਦੀ ਡਿਸਕਸ਼ਨ ਹੁੰਦੀ ਰਹਿੰਦੀ ਹੈ। ਇਹ ਕਦੇ ਵੀ ਜਿਹੜਾ ਪਬਲਿਕ ਨੈਰੇਟਿਵ ਤੋਂ ਬਾਹਰ ਇਹ ਗੱਲ ਹੋਈ ਨਹੀਂ ਹੈ ਅੱਜ ਤੱਕ, ਖਾਸ ਤੌਰ ਪਰ ਜਦ ਪੰਜਾਬ ਦੀ ਰਾਜਨੀਤੀ ਹੁੰਦੀ ਹੈ, ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦਾ ਹੈ, ਜਿਸ ਵੇਲੇ ਕਾਂਗਰਸ ਨੂੰ ਕਟਹਿਰੇ 'ਚ ਖੜਾ ਕਰਨਾ ਹੁੰਦਾ ਹੈ, ਤਾਂ 84 ਦੇ ਰਾਈਟਸ ਜਿਹੜੇ ਹੈਗੇ ਆ ਉਹ ਮੂੰਹ ਅੱਡ ਕੇ ਸਾਹਮਣੇ ਖੜੇ ਹੋ ਜਾਂਦੇ ਆ। ਪ੍ਰੈਸ ਸਾਹਿਬ, ਜਿਹੜੀ ਆਪਾਂ ਫ੍ਰੀ ਬੀਜ ਦੀ ਸ਼ੁਰੂ ਗੱਲ ਕੀਤੀ ਸੀਗੀ, ਤੁਹਾਨੂੰ ਲੱਗਦਾ ਜਿੰਨੇ ਵੱਡੇ ਲਾਰੇ ਲਾਏ ਜਾ ਰਹੇ ਉਹਨਾਂ ਨੂੰ ਕੋਈ ਪੂਰਾ ਕਰਨ ਦੀ ਕੋਈ ਪੋਸੀਬਿਲਿਟੀ ਹੈ? ਕੋਈ ਪੋਸੀਬਿਲਿਟੀ ਨਹੀਂ ਜੀ ਹੈ। ਤੇ ਕਿਉਂ ਫਿਰ ਏਡੇ ਵੱਡੇ ਵੱਡੇ ਲਾਰੇ ਲਾਉਂਦੇ ਆ? ਲੋਕਾਂ ਨੂੰ ਮੂਰਖ ਸਮਝਿਆ ਜਾ ਰਿਹਾ? ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਕੋਲ ਕੋਈ ਰੋਡ ਮੈਪ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਵਾਅਦੇ ਨੂੰ ਪੂਰਾ ਕਰਨਗੇ। ਦੱਸੋ ਪੈਸਾ ਕਿੱਥੋਂ ਆਏਗਾ, ਉਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਰੱਖੋ ਕਿ ਅਸੀਂ ਇਦਾਂ ਕਰਾਂਗੇ। ਜੇ ਤੁਸੀਂ ਕਹੋ ਕਿ ਉਧਾਰ ਲੈ ਕੇ ਸੈਂਟਰ ਗਵਰਨਮੈਂਟ ਤੋਂ ਜਾਂ ਤੁਸੀਂ ਬੈਂਕਾਂ ਤੋਂ ਲੋਨ ਚੱਕ ਕੇ ਕੰਮ ਕਰੀ ਜਾਓਗੇ, ਆਪਾਂ ਪਹਿਲੇ ਕਰਜ਼ੇ ਤੇ ਬਹੁਤ ਡੁੱਬੇ ਹੋਏ ਹਾਂ, ਔਰ ਇਹ ਚੀਜ਼ ਤਾਂ ਜਿਹੜੀ ਹੈਗੀ ਹੈ ਇਹ ਚੱਲ ਨਹੀਂ ਸਕਦੀ। ਔਰ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਟੇਟ ਦੀ, ਚਾਹੇ ਕੇਂਦਰ ਹੋਵੇ ਚਾਹੇ ਰਾਜ ਸਰਕਾਰਾਂ ਹੋਣ, ਕਿ ਕਿਸੇ ਵੀ ਸਟੇਟ ਦੀ ਅਰਥ ਵਿਵਸਥਾ ਵਾਸਤੇ ਇਹ ਕੋਈ ਜਿਹਨੂੰ ਕਹਿੰਦੇ ਆ ਵਧੀਆ ਗੱਲ ਨਹੀਂ ਹੈ ਕਿ ਤੁਸੀਂ ਫ੍ਰੀ ਬੀਜ ਦੇ ਸਿਰ ਤੇ ਹੀ ਵੋਟਾਂ ਲੈ ਕੇ ਲੋਕਾਂ ਨੂੰ ਰਝਾਉਂਦੇ ਰਹੋ, ਲੇਕਿਨ ਐਕਚੁਅਲ ਕੁਛ ਨਾ ਹੋਵੇ। ਔਰ ਅਗਰ ਤੁਸੀਂ ਦੇ ਵੀ ਦਿੰਦੇ ਹੋ ਸਾਰਾ ਕੁਛ, ਤਾਂ ਉਹਦਾ ਪ੍ਰਭਾਵ ਸਟੇਟ ਦੀ ਇਕਨੋਮੀ ਤੇ ਕਿੰਨਾ ਪਏਗਾ ਉਹ ਵੀ ਸੋਚਣ ਦੀ ਲੋੜ ਹੈ। ਅਲਟੀਮੇਟਲੀ ਉਹ ਬੋਝ ਜਨਤਾ ਤੇ ਹੀ ਪੈਂਦਾ। ਅੱਛਾ, ਇਹ ਤੋਂ ਹਟ ਕੇ ਗੱਲ ਕਰੀਏ, ਕੱਲ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਣਾ ਨੇ ਫਿਰੋਜ਼ਪੁਰ ਆਉਣਾ ਹੈ। ਉਹਨਾਂ ਦੇ ਦੌਰੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ, ਕਈ ਤਾਂ ਬਹੁਤ ਵੱਡੀਆਂ ਵਧਾ ਚੜਾ ਕੇ ਕਹਿ ਦਿੰਦੇ ਵੀ ਚੰਡੀਗੜ੍ਹ ਵੀ ਪੰਜਾਬ ਨੂੰ ਦੇ ਦੇਣਾ। ਤੁਸੀਂ ਉਹਨਾਂ ਦੇ ਦੌਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਬੀਜੇਪੀ ਇਸ ਵੇਲੇ ਬੜੀ ਸਿੰਸੀਅਰਲੀ ਔਰ ਜ਼ਬਰਦਸਤ ਤਰੀਕੇ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਤਰੀ ਹੋਈ ਹੈ, ਔਰ ਬੀਜੇਪੀ ਨੂੰ ਇਹ ਹੈਗਾ ਕਿ ਅਗਰ ਅਸੀਂ ਸਰਕਾਰ ਨਾ ਵੀ ਬਣਾ ਸਕੇ ਹਾਂਜੀ, ਤਾਂ ਕਮ ਸੇ ਕਮ ਇੱਕ ਐਸੀ ਸਿਚੁਏਸ਼ਨ ਦੇ ਵਿੱਚ ਜ਼ਰੂਰ ਪਹੁੰਚੀਏ ਕਿ ਕਿੰਗ ਮੇਕਰ ਹੀ ਬਣ ਸਕੀਏ। ਇਸ ਕਰਕੇ ਚਾਹੇ ਫ੍ਰੀ ਬੀਜ ਦੀ ਗੱਲ ਹੈ, ਚਾਹੇ ਉਹ ਪ੍ਰਧਾਨ ਮੰਤਰੀ ਦੇ ਦੌਰੇ ਦੀ ਗੱਲ ਹੈ,
ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪ੍ਰਧਾਨ ਮੰਤਰੀ ਨੇ ਆ ਕੇ ਜੋ ਐਲਾਨ ਕਰਨੇ ਆ ਉਹ ਵੀ ਬੀਜੇਪੀ ਨੂੰ ਸਟਰੈਂਥਨ ਹੀ ਕਰੇਗਾ ਜਿੱਥੇ ਤੱਕ ਬੀਜੇਪੀ ਦਾ ਇਸ ਇਲੈਕਸ਼ਨ ਨੂੰ ਲੜਨ ਦਾ ਸਵਾਲ ਹੈ। ਔਰ ਆਪਾਂ ਦੇਖ ਰਹੇ ਹਾਂ ਕਿ ਬੀਜੇਪੀ ਲੋਕਾਂ ਨੂੰ ਡਿਫਰੈਂਟ ਪੋਲੀਟੀਕਲ ਪਾਰਟੀਆਂ ਚੋਂ ਲਿਆ ਕੇ ਸ਼ਾਮਿਲ ਕਰਵਾ ਰਹੀ ਹੈ ਜਾਂ ਸ਼ਾਮਿਲ ਹੋ ਰਹੇ ਹਨ, ਲੋਕ ਛੱਡ ਵੀ ਰਹੇ ਹਨ, ਹੋ ਵੀ ਰਹੇ ਹਨ। ਲਾਈਕ ਕਈ ਜਿਵੇਂ ਤੁਸੀਂ ਦੱਸਿਆ ਇੱਕ ਬੰਦੇ ਨੇ ਛੱਡਿਆ ਤੇ ਉਸ ਤੋਂ ਬਾਅਦ ਫਿਰ ਵਾਪਸ ਚਲਾ ਗਿਆ ਕਾਂਗਰਸ ਦੇ ਵਿੱਚ। ਲੇਕਿਨ ਇਹ ਚੱਲਦਾ ਰਹੇਗਾ, ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਹ ਨਾਰਮਲ ਐਕਟੀਵਿਟੀ ਹੈ। ਇਹ ਸਾਰਾ ਕੁਝ ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਵੀ ਕੀਤਾ ਸੀ, ਉੱਥੇ ਤਾਂ ਕੋਈ ਬੜੀ ਨਹੀਂ ਸੀ ਗੱਲ। ਪੰਜਾਬ ਚ ਪੰਜਾਬ ਜਿਹੜਾ ਵੱਖਰੀ ਸਥਿਤੀ ਵਾਲਾ ਸੂਬਾ ਹੈ, ਤੇ ਇੱਥੇ ਪਿਛਲੀ ਵਾਰੀ ਵੀ ਜਦੋਂ ਪ੍ਰਧਾਨ ਮੰਤਰੀ ਨੇ ਜਲੰਧਰ ਤੇ ਕੋਟਕਪੂਰਾ ਰੈਲੀਆਂ ਕੀਤੀਆਂ ਸੀ, ਉਹਦੇ ਚ ਕੋਈ ਖਾਸ ਗੱਲ ਬਣੀ ਨਹੀਂ ਸੀਗੀ, ਤੇ ਇਸ ਵਾਰੀ ਕੋਈ ਲੱਗਦੀ ਤੈਨੂੰ ਕੋਈ ਬਣ ਜਾਏਗੀ? ਦੇਖੋ ਕੋਸ਼ਿਸ਼ ਤਾਂ ਹਰ ਬੰਦਾ ਕਰਦਾ ਹੈ, ਹਰ ਪੋਲੀਟੀਕਲ ਪਾਰਟੀ ਕੋਸ਼ਿਸ਼ ਕਰਦੀ ਹੈ, ਪ੍ਰਧਾਨ ਮੰਤਰੀ ਵੀ ਕੋਸ਼ਿਸ਼ ਕਰਨਗੇ ਕਿਉਂਕਿ ਉਹਨਾਂ ਕੋਲ ਸੈਂਟਰ ਗਵਰਨਮੈਂਟ ਹੈ ਤੇ ਫੰਡਸ ਦੀ ਫਰਾਵਾਨੀ ਹੈ, ਤਾਂ ਨੈਚੁਰਲੀ ਉਹ ਕੋਸ਼ਿਸ਼ ਕਰਨਗੇ ਕਿ ਅਸੀਂ ਚਾਰ ਨੀਂਹ ਪੱਥਰ ਰੱਖ ਜਾਈਏ, ਐਲਾਨ ਕਰ ਜਾਈਏ। ਜਦੋਂ ਐਕਚੁਅਲ ਲਾਗੂ ਹੋਊਗਾ, ਐਗਜ਼ੀਕਿਊਟ ਹੋਏਗਾ, ਉਹ ਬਾਅਦ ਦੀ ਗੱਲ ਹੈ। ਇਲੈਕਸ਼ਨ ਦੇ ਵਿੱਚ ਤਾਂ ਘੱਟੋ ਘੱਟ ਇੱਕ ਹਵਾ ਬਣਾਉਣ ਦੀ ਗੱਲ ਹੋ ਸਕਦੀ ਹੈ ਨਾ, ਕਿ ਦੇਖੋ ਬੀਜੇਪੀ ਜਿਹੜੀ ਹੈਗੀ ਹੈ ਉਹ ਪੰਜਾਬ ਦੀ ਕਿੰਨੀ ਹਤੈਸ਼ੀ ਹੈ, ਸਿੱਖਾਂ ਦੀ ਕਿੰਨੀ ਹਤੈਸ਼ੀ ਹੈ, ਜਿਹੜੀ ਕੋ ਅਕਸਰ ਕਲੇਮ ਕਰਦੀ ਰਹਿੰਦੀ ਹੈ। ਇਸ ਕਰਕੇ ਸਾਰਾ ਕੁਝ ਹੋਏਗਾ ਔਰ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਪ੍ਰਧਾਨ ਮੰਤਰੀ ਦਾ ਦੌਰਾ ਵੀ ਉਸੇ ਸ਼ੰਖਲਾ ਦੀ ਇੱਕ ਕੜੀ ਹੈ। ਪਰ ਇੱਕ ਬੀਜੇਪੀ ਦੇ ਆਗੂ ਨਾਲ ਮੇਰੀ ਗੱਲ ਹੋਈ ਸੀ, ਕਹਿੰਦਾ ਜੇ ਮੇਰਾ ਵਾਸ ਚੱਲਾ ਤਾਂ ਮੈਂ ਉਹਨਾਂ ਨੂੰ ਕਹਾਂ ਵੀ ਜਾਂ ਮੈਨੂੰ ਪੁੱਛਣ ਵੀ ਕੋਈ ਨਹੀਂ ਦੇ ਕੇ ਜਾਣਾ ਚਾਹੀਦਾ। ਚਲੋ ਉਹਨਾਂ ਦੀ ਆਪਣੀ ਮੇਰੀ ਨਿੱਜੀ ਰਾਏ ਹੋ ਸਕਦੀ ਹੈ। ਜਿਸ ਵੇਲੇ ਪ੍ਰਧਾਨ ਮੰਤਰੀ ਕਿਸੇ ਸਟੇਟ ਦੇ ਵਿੱਚ ਖਾਸ ਤੌਰ ਪਰ ਜਿਸ ਵੇਲੇ ਇਲੈਕਸ਼ਨ ਕਿਉਂਕਿ ਆਪਾਂ ਦੇਖ ਰਹੇ ਹਾਂ ਮਨੀਪੁਰ, ਗੋਆ, ਜਿੱਥੇ ਜਿੱਥੇ ਵੀ ਇਲੈਕਸ਼ਨ ਹੈ ਪ੍ਰਧਾਨ ਮੰਤਰੀ ਜਾ ਰਹੇ ਹੈ, ਪ੍ਰਧਾਨ ਮੰਤਰੀ ਕੋਈ ਨਾ ਕੋਈ ਪੈਕੇਜ ਉੱਥੇ ਐਲਾਨ ਕਰ ਰਿਹਾ। ਬੇਸਿਕਲੀ ਉਹ ਐਲਾਨ ਜਿਹੜਾ ਹੈਗਾ ਉਹ ਆਪਣੀ ਪਾਰਟੀ ਦੀ ਵਾਸਤੇ ਸਪੋਰਟ ਇਕੱਠੀ ਕਰਨ ਵਾਸਤੇ ਹੀ ਹੈ, ਜਿੱਥੇ ਜਿੱਥੇ ਵੀ ਹੈਗਾ। ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਉਹ ਕਰਨਗੇ ਐਲਾਨ। ਕੀ ਕਰਨਗੇ ਉਹਦਾ, ਪੰਜਾਬ ਦੇ ਵਿੱਚ ਕੋਈ ਸੜਕਾਂ ਦਾ, ਜਿਵੇਂ ਕਹਿੰਦੇ ਆ ਕਟੜਾ ਵਾਲੀ ਸੜਕ ਜਾਂ ਹਿਮਾਚਲ ਦੇ ਨਾਲ ਜੋੜਦੀਆਂ ਸੜਕਾਂ, ਔਰ ਹੋਰ ਪਤਾ ਨਹੀਂ ਕੀ ਉਹਨਾਂ ਦੇ 4-5 ਗੱਲਾਂ ਨੇ ਜੀ। 2 ਮੈਡੀਕਲ ਕਾਲਜ ਖੋਲਣੇ, ਇੱਕ ਹੁਸ਼ਿਆਰਪੁਰ ਦੇ ਵਿੱਚ, ਇੱਕ ਕੈਂਸਰ ਦਾ ਸੈਟੇਲਾਈਟ ਬਣਾਉਣਾ ਇੰਸਟੀਚਿਊਟ ਫਿਰੋਜ਼ਪੁਰ ਦੇ ਵਿੱਚ। ਇਵੇਂ ਦੇ 42,000 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਨੇ ਜੀ। ਜੀ ਪਤਾ ਨਹੀਂ ਕਿੰਨੇ ਕੁ ਪ੍ਰੋਜੈਕਟ ਹੈ, ਉਹਦੇ ਵਿੱਚ ਕੀ ਆਏਗਾ। ਬਾਕੀ ਜਿੱਥੇ ਤੱਕ ਸਵਾਲ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦਾ ਆਉਣਾ, ਪੰਜਾਬ ਦਾ ਕਲੇਮ ਸ਼ੁਰੂ ਤੋਂ ਰਿਹਾ ਹੈ, ਲੇਕਿਨ ਨਾਲ ਹੀ ਕਾਊਂਟਰ ਕਰਨ ਵਾਸਤੇ ਹਰਿਆਣੇ ਦੀ ਲੌਬੀ ਵੀ ਹੈਗੀ ਹੈ। ਹਰਿਆਣੇ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਹੈ, ਹਾਂਜੀ, ਔਰ ਜਿੱਥੇ ਤੁਸੀਂ ਸਰਕਾਰ ਬਣਾ ਸਕਦੇ ਹੋ, ਬਣਾ ਰਹੇ ਹੋ, ਪਿਛਲੇ 10 ਸਾਲ ਤੋਂ ਚਲਾ ਰਹੇ ਹੋ, ਉਹਨੂੰ ਤੁਸੀਂ ਸੁਣੋਗੇ ਜਾਂ ਤੁਸੀਂ ਸੁਣੋਗੇ ਜਿੱਥੇ ਸਰਕਾਰ ਬਣਨ ਦੀ ਸੰਭਾਵਨਾ ਬੜੀ ਘੱਟ ਹੈ, ਯਾਨੀ ਕਿ ਪੰਜਾਬ ਦੇ ਵਿੱਚ। ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈ ਕਿ ਇਹਦਾ ਚੰਡੀਗੜ੍ਹ ਦੇ ਬਾਰੇ ਕੋਈ ਫੈਸਲਾ ਹੋਣ ਲੱਗਿਆ। ਔਰ ਫਿਰ ਚੰਡੀਗੜ੍ਹ ਦਾ ਫੈਸਲਾ ਚੰਡੀਗੜ੍ਹ ਦੇ ਲੋਕਾਂ ਨੂੰ ਬਿਨਾਂ ਪਿੱਛੇ ਹੋਏਗਾ ਜਾਂ ਹਰਿਆਣੇ ਤੋਂ ਬਿਨਾਂ ਪਿੱਛੇ ਹੋਏਗਾ, ਇਹ ਸਭ ਚੀਜ਼ਾਂ ਦੇਖਣ ਵਾਲੀਆਂ ਹਨ। ਲੇਕਿਨ ਇਹ ਵੀ ਪੈਕੇਜ ਹੋਏਗਾ ਜਿਹਦੇ ਨਾਲ ਪ੍ਰਧਾਨ ਮੰਤਰੀ ਆਪਣੀ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਪ੍ਰੈਸ ਸਾਹਿਬ, ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮਸਲਾ ਹੈਗਾ ਕਿ ਦਿੱਲੀ ਦੇ ਵਿੱਚ ਜਿਹੜੀ ਹੈ ਉਹ ਇੱਕ ਮੀਟਿੰਗ ਚੱਲ ਰਹੀ ਹੈ UPSC ਦੀ। ਉਹਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੀ ਗਏ ਨੇ। ਉਹਦੇ ਵਿੱਚ ਫੈਸਲਾ ਹੋਣਾ ਕਿ ਪੰਜਾਬ ਦਾ DGP ਅਗਲਾ ਕੌਣ ਹੋਵੇ। ਜੇ 30 ਸਤੰਬਰ ਦੀ ਡੇਟ ਮੰਨੀ ਜਾਂਦੀ ਹੈ ਤਾਂ ਪੰਜਾਬ ਦੇ ਮੌਜੂਦਾ DGP ਜਿਹੜੇ S ਚੱਟੋਪਾਧਿਆਏ ਉਹ ਰਹਿ ਸਕਣਗੇ। ਜੇ 5 ਅਕਤੂਬਰ ਦੀ ਗੱਲ ਮੰਨ ਲਈ ਗਈ ਤਾਂ ਇਹ ਬਾਹਰ ਹੋ ਜਾਣਗੇ, ਤੇ ਸਰਕਾਰ ਦੀ ਸਾਰੀ ਕੋਸ਼ਿਸ਼ ਹੋਏਗੀ ਕਿ ਉਹਨਾਂ ਦੇ ਹਮਾਇਤ ਵਾਲਾ ਕੋਈ DGP ਰਹੇ। ਇਹ ਸਾਰੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਏਦਾਂ, ਜਿਸ ਵੇਲੇ ਇਲੈਕਸ਼ਨ ਡਿਕਲੇਅਰ ਹੋ ਜਾਂਦਾ ਨਾ, ਹਾਂਜੀ, ਤਾਂ ਸਟੇਟ ਦੀ ਜਿੰਨੀ ਮਸ਼ੀਨਰੀ ਹੈ ਉਹ ਸੈਂਟਰਲ ਜਿਹੜੀ ਇਲੈਕਸ਼ਨ ਕਮਿਸ਼ਨ ਦੇ ਅਧੀਨ ਚਲੀ ਜਾਂਦੀ ਹੈ, ਚੋਣ ਕਮਿਸ਼ਨ ਦੇ ਅਧੀਨ ਚਲੀ ਜਾਂਦੀ ਹੈ। ਉਸ ਵੇਲੇ ਸਟੇਟ ਦੀ ਸਰਕਾਰ ਜਿਹੜੀ ਹੈਗੀ ਹੈ, ਉਸ ਵੇਲੇ ਈਵਨ ਜਿਹੜੇ IPS ਆਫੀਸਰਸ ਹੈ ਜਾਂ ਜਿਹੜੇ IAS ਆਫੀਸਰਸ ਹੈ, ਉਹਨਾਂ ਦੇ ਤਬਾਦਲੇ, ਇਹ ਸਾਰਾ ਕੁਝ ਵੀ ਕੇਂਦਰ ਆਪਣੇ ਚੋਣ ਕਮਿਸ਼ਨ ਜਿਹੜਾ ਹੈਗਾ ਉਹਨਾਂ ਨੂੰ ਮੋਨੀਟਰ ਕਰਨ ਲੱਗ ਜਾਂਦਾ ਹੈ। ਇਸ ਕਰਕੇ ਇਹ ਤਾਂ ਨਹੀਂ ਹੈ ਕਿ DGP ਜਿਹੜਾ ਆ ਜਾਊਗਾ ਉਹਨਾਂ ਦੀ ਮਦਦ ਕਰ ਸਕੇਗਾ ਜਾਂ ਉਹਨਾਂ ਦੇ ਪਸੰਦ ਦਾ ਆ ਜਾਏਗਾ। DGP ਨੇ ਆਪਣਾ ਕੰਮ ਕਰਨਾ ਹੈ। ਹਾਂ, ਇੰਨਾ ਜ਼ਰੂਰ ਹੈਗਾ ਕਿ
ਜਿਸ ਤਰੀਕੇ ਦੇ ਨਾਲ ਡੀਜੀਪੀ ਦੀ ਪੋਸਟ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਫੁੱਟਬਾਲ ਬਣ ਕੇ ਰਹਿ ਗਈ ਹੈ। ਹਾਂਜੀ ਆਪਾਂ ਦੇਖਿਆ ਕਿਸ ਤਰੀਕੇ ਦੇ ਨਾਲ ਸੋਹਤਾ ਸਾਹਿਬ ਨੂੰ ਚੇਂਜ ਕੀਤਾ ਗਿਆ, ਉਹਨਾਂ ਦੇ ਖਿਲਾਫ ਇਹ ਇਲਜ਼ਾਮ ਕਿਸੇ ਵੇਲੇ ਕੋਈ ਕਹਿ ਰਿਹਾ ਫਲਾਣਾ ਲੱਗਣਾ ਚਾਹੀਦਾ ਹੈ, ਕੋਈ ਕਹਿੰਦਾ ਫਲਾਣਾ ਲੱਗਣਾ ਚਾਹੀਦਾ ਹੈ। ਕਈ ਡੀਜੀਪੀ ਜਿਹੜੇ ਹੈਗੇ ਆ ਪੁਰਾਣੇ, ਉਹ ਵੀ ਸੱਤਾ ਦੀ ਭੁੱਖ ਦੇ ਵਿੱਚ ਆਪਣੀ ਕਿਸਮਤ ਆਜ਼ਮਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਦੇ ਵਿੱਚ, ਇਲੈਕਸ਼ਨ ਦੇ ਵਿੱਚ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੋਂ ਇਦਾਂ ਲੱਗਦਾ ਹੈ ਕਿ ਡੀਜੀਪੀ ਜਿਹੜਾ ਹੈਗਾ ਉਹ ਜੋ ਵੀ ਅਪੁਆਇੰਟ ਕਰੇਗੀ ਯੂਪੀਐਸਸੀ ਨੇ ਅਪੁਆਇੰਟ ਕਰਨਾ। ਪਹਿਲਾਂ ਤਾਂ ਮੀਟਿੰਗ ਡੈਫਰ ਵੀ ਹੋ ਚੁੱਕੀਆਂ ਇਸ ਚੀਜ਼ ਨੂੰ ਲੈ ਕੇ, ਤੇ ਹੁਣ ਦੇਖੋ ਕਿ ਡੀਜੀਪੀ ਕੌਣ ਲੱਗਦਾ ਔਰ ਯੂਪੀਐਸਸੀ ਕਿਹਨੂੰ ਲਾਉਂਦੀ ਹੈ। ਯੂਪੀਐਸਸੀ ਕੁਦਰਤੀ ਗੱਲ ਹੈ ਕਿ ਇੱਕ ਨਾਨ ਪੋਲੀਟੀਕਲ ਬਾਡੀ ਹੋਣ ਦੇ ਨਾਤੇ ਉਹਨਾਂ ਕੋਲ ਇੱਕ ਪੈਰਾਮੀਟਰਸ ਬਣੇ ਹੋਏ ਆ ਕਿ ਇਹ ਚੀਜ਼ ਨੂੰ ਜਿਹੜਾ ਛੂੰਹਦਾ ਉਹਨੂੰ ਵੀ ਡੀਜੀਪੀ ਲਾਇਆ ਜਾਏਗਾ। ਉਹਨਾਂ ਨੇ ਆਪਣਾ ਇੱਕ ਪੈਨਲ ਬਣਾ ਦੇਣਾ, ਉਹ ਪੈਨਲ ਫਿਰ ਸਰਕਾਰ ਨੂੰ ਭੇਜਿਆ ਜਾਏਗਾ। ਤੇ ਸਰਕਾਰ ਤਾਂ ਪੰਜਾਬ ਸਰਕਾਰ ਤਾਂ ਜਿਹੜੇ ਮੁੱਖ ਸਕੱਤਰ ਪੰਜਾਬ ਦੇ ਉਹ ਵੀ ਉਸ ਮੀਟਿੰਗ 'ਚ ਹਿੱਸਾ ਚੱਲ ਰਹੀ ਆ। ਮੀਟਿੰਗ ਜਿਹੜੀ ਸਾਨੂੰ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਕੀਤਾ ਸੀ ਵੀ ਮੀਟਿੰਗ ਅਜੇ ਚੱਲ ਰਹੀ ਹੈ, ਜਾਣਕਾਰੀ ਨਹੀਂ ਆਈ। ਸੋ ਪੰਜਾਬ ਸਰਕਾਰ ਲਈ ਕਾਫੀ ਕਰੂਸ਼ੀਅਲ ਗੱਲ ਹੋਏਗੀ, ਭਾਵੇਂ ਕਿ ਚੋਣ ਕਮਿਸ਼ਨ ਦੇ ਅਧੀਨ ਸਾਰਾ ਅਮਲਾ ਚੱਲ ਜਾਏਗਾ, ਪਰ ਕਿਤੇ ਨਾ ਕਿਤੇ ਪੁਲਿਸ ਜਿਹੜੇ ਉਹਨਾਂ ਦੇ ਹਮਾਇਤੀ ਆ ਉਹ ਮਦਦ ਜ਼ਰੂਰ ਕਿਤੇ ਨਾ ਕਿਤੇ ਰੂਪ 'ਚ ਕਰਦੇ ਆ। ਦੇਖੋ ਕਿਹਾ ਜਾਂਦਾ ਹੈ ਕਿ ਮਦਦ, ਜਿਵੇਂ ਕਿ ਕੋਈ ਐਸਐਚਓ ਆਪਣੀ ਮਰਜ਼ੀ ਦਾ ਲਾ ਲੈਣਾ, ਕਿਸੇ ਜਗ੍ਹਾ ਡੀਐਸਪੀ ਆਪਣੀ ਮਰਜ਼ੀ ਦਾ ਲਾ ਲੈਣਾ, ਇਹ ਚੀਜ਼ਾਂ ਤਾਂ ਹੁੰਦੀਆਂ ਹੈ। ਲੇਕਿਨ ਜਿਸ ਵੇਲੇ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਫਿਰ ਰਾਜ ਸਰਕਾਰ ਵਾਸਤੇ ਇਹ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ। ਇਸੇ ਕਰਕੇ ਰਾਜ ਸਰਕਾਰਾਂ ਕੀ ਕਰਦੀਆਂ, ਇਸ ਤੋਂ ਪਹਿਲਾਂ ਕਿ ਕੋਡ ਆਫ ਕੰਡਕਟ ਲੱਗੇ, ਉਹ ਆਪਣੀ ਪਸੰਦ ਦੇ ਬੰਦੇ ਪੁੱਛ ਕੇ ਲੀਡਰਾਂ ਨੂੰ ਆਪਣੇ ਆਪਣੇ ਇਲਾਕੇ 'ਚ ਤਾਇਨਾਤ ਕਰਵਾ ਲੈਂਦੇ ਆ ਤਾਂ ਕਿ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਔਕੜ ਨਾ ਆਵੇ। ਲੇਕਿਨ ਅਗਰ ਕਿਸੇ ਵੀ ਅਫਸਰ ਦੇ ਖਿਲਾਫ ਇਹ ਸਿੱਧ ਹੋ ਜਾਂਦਾ ਹੈ ਜਾਂ ਲੋਕਾਂ ਦੀਆਂ ਕੰਪਲੇਂਟਸ ਜ਼ਿਆਦਾ ਜਾਂਦੀਆਂ ਨੇ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਜਾਂ ਵਿਰੋਧਤਾ ਦੇ ਵਿੱਚ ਕੰਮ ਕਰਦੇ ਦੀਆਂ, ਤਾਂ ਉਹਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਟ੍ਰਾਂਸਫਰ ਕਰ ਦਿੰਦਾ ਹੈ, ਬਦਲ ਦਿੰਦਾ ਹੈ, ਡਿਊਟੀ ਤੋਂ ਲਾਂਭੇ ਕਰ ਸਕਦਾ ਹੈ, ਜਿਵੇਂ ਉਹ ਚਾਹਣ ਉਹ ਫੈਸਲਾ ਲੈਂਦੇ ਆ। ਹਾਂ, ਡੀਜੀਪੀ ਦੀ ਪੋਸਟ ਬੜੀ ਇੰਪੋਰਟੈਂਟ ਹੈ। ਇੱਕ ਪਰਸੈਪਸ਼ਨ ਦੀ ਲੜਾਈ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਅਗਰ ਡੀਜੀਪੀ ਰਾਜ ਸਰਕਾਰ ਦੀ ਪੱਖ ਦਾ ਜਾਂ ਉਹਨਾਂ ਦੇ ਮੁਤਾਬਕ ਲੱਗੇਗਾ ਤਾਂ ਉਹਦੀ ਇੱਕ ਸਾਈਕੋਲੋਜੀਕਲ ਐਡਵਾਂਟੇਜ ਜਿਹੜੀ ਹੈਗੀ ਆ ਉਹ ਰਾਜ ਸਰਕਾਰ ਨੂੰ ਜ਼ਰੂਰ ਹੋਏਗੀ, ਜਾਂ ਜਿਹੜੀ ਪੋਲੀਟੀਕਲ ਪਾਰਟੀ ਸੱਤਾ ਦੇ ਵਿੱਚ ਹੈ। ਵੈਦ ਸਾਹਿਬ, ਸਾਡੇ ਇਹ ਸ਼ੋਅ 'ਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ, ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਬਹੁਤ ਬਹੁਤ ਧੰਨਵਾਦ।